ਹੈਲੋ ਵੈਲਕਮ ਯੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ ਏਕੇ ਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ। ਪਿਆਰੇ ਵਿਦਿਆਰਥੀਓ, ਇਹ ਵੀਡੀਓ +1 ਪੋਲੀਟੀਕਲ ਸਾਇੰਸ ਦੇ ਵਿਦਿਆਰਥੀਆਂ ਲਈ ਹੈ। ਰਾਜਨੀਤੀ ਸ਼ਾਸਤਰ ਦਾ ਅਰਥ, ਪਰਿਭਾਸ਼ਾ, ਖੇਤਰ ਤੇ ਮਹੱਤਵ। ਇਹਦੇ 'ਚ ਆਪਾਂ 1 ਨੰਬਰ 2 ਨੰਬਰ ਤੇ 4 ਅੰਕਾਂ ਵਾਲੇ ਪ੍ਰਸ਼ਨ ਉੱਤਰਾਂ ਦੀ ਗੱਲ ਕਰਾਂਗੇ। ਸੋ ਜਿਹੜੇ ਆਪ ਜੀ ਨੂੰ ਪਤਾ ਹੀ ਹੈ ਤੁਹਾਨੂੰ ਵੀ ਰਾਜਨੀਤੀ ਸ਼ਾਸਤਰ ਦਾ ਅਰਥ, ਖੇਤਰ ਤੇ ਮਹੱਤਵ ਚੈਪਟਰ ਜਿਹੜਾ ਅਸੀਂ ਕੰਪਲੀਟ ਕੀਤਾ ਹੈ, ਉਸੇ ਚੈਪਟਰ ਨਾਲ ਰਿਲੇਟਡ ਚੈਪਟਰ ਪਹਿਲਾ ਹੈ ਰਾਜਨੀਤੀ ਸ਼ਾਸਤਰ ਦਾ +1 ਦਾ। ਉਹਦੇ ਨਾਲ ਰਿਲੇਟਡ ਜਿਹੜਾ ਵਾ ਅਸੀਂ 1 2 ਤੇ 4 ਨੰਬਰ ਦੇ ਪ੍ਰਸ਼ਨ ਉੱਤਰ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹਾਂ। ਆਓ ਆਪਾਂ ਦੇਖੀਏ, ਜ਼ਿਆਦਾ ਸਮਾਂ ਨਾ ਗਵਾਉਂਦੇ ਹੋਏ ਇਹ ਪ੍ਰਸ਼ਨ ਉੱਤਰ ਹੱਲ ਕਰੀਏ। ਰਾਜਨੀਤੀ ਸ਼ਾਸਤਰ ਨਾਲ ਰਿਲੇਟਡ ਕੁਐਸਚਨ ਆਨਸਰ। ਓਕੇ ਜੀ, ਜਮਾਤ +1 ਤੇ ਪਾਠ ਪਹਿਲਾ, ਰਾਜਨੀਤੀ ਸ਼ਾਸਤਰ ਦਾ ਅਰਥ, ਪਰਿਭਾਸ਼ਾ, ਖੇਤਰ ਤੇ ਮਹੱਤਤਾ। ਸੋ ਪਹਿਲਾ ਪ੍ਰਸ਼ਨ ਹੈ, ਰਾਜਨੀਤੀ ਸ਼ਾਸਤਰ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ? ਅਰਸਤੂ ਨੂੰ, ਤੁਹਾਨੂੰ ਪਤਾ ਸਾਰਿਆਂ ਨੂੰ। ਦੂਜਾ ਪ੍ਰਸ਼ਨ, ਰਾਜਨੀਤੀ ਸ਼ਬਦ ਦੀ ਉਤਪਤੀ ਕਿਸ ਭਾਸ਼ਾ ਦੇ ਸ਼ਬਦ ਤੋਂ ਹੋਈ? ਯੂਨਾਨੀ ਭਾਸ਼ਾ ਦੇ ਸ਼ਬਦ ਪੋਲਿਸ ਤੋਂ। ਪੋਲਿਸ ਸ਼ਬਦ ਦਾ ਅਰਥ ਕੀ ਹੈ? ਪੋਲਿਸ ਸ਼ਬਦ ਦਾ ਅਰਥ ਹੈ ਨਗਰ ਰਾਜ। 3 ਹੋ ਗਏ ਜੀ। ਚੌਥਾ ਪ੍ਰਸ਼ਨ, ਇਹ ਕਿਸ ਦਾ ਕਥਨ ਹੈ? ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਮੈਨ ਇਜ਼ ਏ ਸੋਸ਼ਲ ਐਨੀਮਲ। ਇਹ ਅਰਸਤੂ ਨੇ ਕਿਹਾ ਸੀ ਬੇਟਾ। 4 ਪ੍ਰਸ਼ਨ ਹੋ ਗਏ ਜੀ। 5ਵਾਂ ਪ੍ਰਸ਼ਨ, ਰਾਜਨੀਤੀ ਸ਼ਾਸਤਰ ਦਾ ਵਿਸ਼ਾ ਵਸਤੂ ਵਿੱਚ ਸ਼ਾਮਲ ਕੋਈ ਇੱਕ ਵਿਸ਼ਾ ਲਿਖੋ। ਰਾਜਨੀਤੀ ਸ਼ਾਸਤਰ ਰਾਜ ਦਾ ਅਧਿਐਨ ਹੈ, ਭਾਵ ਸਟੱਡੀ ਆਫ ਸਟੇਟ ਹੈ। 6ਵਾਂ, ਅਰਸਤੂ ਦੁਆਰਾ ਰਾਜਨੀਤੀ ਸੰਬੰਧੀ ਲਿਖੀ ਪੁਸਤਕ ਦਾ ਨਾਂ ਕੀ ਹੈ? ਉਸ ਦੀ ਪੁਸਤਕ ਦਾ ਨਾਮ ਪੋਲੀਟਿਕਸ ਹੈ। 7ਵਾਂ, ਰਾਜਨੀਤੀ ਸ਼ਾਸਤਰ ਦਾ ਆਰੰਭ ਅਤੇ ਅੰਤ ਰਾਜ ਨਾਲ ਹੁੰਦਾ। ਇਹ ਕਿਸ ਦਾ ਕਥਨ ਹੈ? ਇਹ ਕਥਨ ਪ੍ਰੋਫੈਸਰ ਗਾਰਨਰ ਦਾ ਹੈ। ਅਗਲਾ ਪ੍ਰਸ਼ਨ ਬਹੁ ਵਿਕਲਪੀ ਹੈ। 8ਵਾਂ ਪ੍ਰਸ਼ਨ, ਪਰੰਪਰਾਵਾਦੀ ਦ੍ਰਿਸ਼ਟੀਕੋਣ ਅਨੁਸਾਰ ਰਾਜਨੀਤੀ ਸ਼ਾਸਤਰ ਦਾ ਅਧਿਐਨ ਦਾ ਖੇਤਰ ਹੈ ਰਾਜ ਦਾ ਅਧਿਐਨ, ਸਰਕਾਰ ਦਾ ਅਧਿਐਨ, ਮਨੁੱਖ ਦਾ ਅਧਿਐਨ ਤੇ ਉਪਰੋਕਤ ਸਾਰੇ ਉੱਤਰ ਇਹਦਾ। ਆਧੁਨਿਕ ਰਾਜਨੀਤਿਕ ਵਿਗਿਆਨ ਦਾ ਕੇਂਦਰੀ ਬਿੰਦੂ ਹੈ ਰਾਜ, ਸਰਕਾਰ, ਦੇਸ਼ ਜਾਂ ਰਾਜਨੀਤਿਕ ਪ੍ਰਣਾਲੀ। ਕੇਂਦਰੀ ਬਿੰਦੂ ਹੈ ਅੱਜ ਕੱਲ੍ਹ ਜਿਹੜਾ ਰਾਜਨੀਤਿਕ ਪ੍ਰਣਾਲੀ ਕੇਂਦਰੀ ਬਿੰਦੂ ਹੈ। 10ਵਾਂ ਪ੍ਰਸ਼ਨ ਹੈ, ਰਾਜਨੀਤੀ ਸ਼ਾਸਤਰ ਦਾ ਆਰੰਭ ਯੂਨਾਨ ਕਾਲ ਵਿੱਚ ਹੋਇਆ। ਐਕਚੁਅਲੀ ਇਹ ਸਟੇਟਮੈਂਟ ਹੈ ਤੇ ਬਿਲਕੁਲ ਸਹੀ ਸਟੇਟਮੈਂਟ ਹੈ, ਇਹਦੇ ਬਾਰੇ ਗਲਤ ਹੀ ਕਰਨਾ, ਇਹ ਬਿਲਕੁਲ ਸਹੀ ਸਟੇਟਮੈਂਟ ਹੈ। 2 ਅੰਕਾਂ ਵਾਲੇ ਪ੍ਰਸ਼ਨ ਦੀ ਗੱਲ ਆਪਾਂ ਕਰਾਂਗੇ। ਮਨੁੱਖ ਨੂੰ ਸਮਾਜਿਕ ਪ੍ਰਾਣੀ ਕਿਉਂ ਕਿਹਾ ਜਾਂਦਾ ਹੈ? ਯੂਨਾਨ ਦੇ ਪ੍ਰਸਿੱਧ ਵਿਦਵਾਨ ਅਰਸਤੂ ਦਾ ਕਥਨ ਹੈ ਕਿ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਮਨੁੱਖ ਦੇ ਸਮਾਜਿਕ ਪ੍ਰਾਣੀ ਹੋਣ ਦੇ 2 ਮੁੱਖ ਕਾਰਨ ਹਨ। ਇੱਕ ਤਾਂ ਉਸ ਦਾ ਕੁਦਰਤੀ ਸੁਭਾਅ ਜੋ ਉਸ ਨੂੰ ਸਮਾਜ ਵਿੱਚ ਰਹਿਣ ਲਈ ਪ੍ਰੇਰਿਤ ਕਰਦਾ, ਅਤੇ ਦੂਜਾ ਉਸ ਦੀਆਂ ਅਨੇਕਾਂ ਲੋੜਾਂ ਉਸ ਨੂੰ ਸਮਾਜ ਵਿੱਚ ਰਹਿਣ ਲਈ ਮਜਬੂਰ ਕਰਦੀਆਂ ਹਨ। ਕੋਈ ਵੀ ਮਨੁੱਖ ਆਪਣੀਆਂ ਲੋੜਾਂ ਨੂੰ ਸਮਾਜਿਕ ਸਹਿਯੋਗ ਤੋਂ ਬਿਨਾਂ ਪੂਰਾ ਨਹੀਂ ਕਰ ਸਕਦਾ। ਅਗਲਾ ਪ੍ਰਸ਼ਨ ਹੈ ਜੀ 2 ਨੰਬਰ ਦਾ ਦੂਜਾ ਪ੍ਰਸ਼ਨ, ਰਾਜਨੀਤੀ ਸ਼ਾਸਤਰ ਦੀ ਪਰਿਭਾਸ਼ਾ ਲਿਖੋ। ਗਾਰਨਰ ਅਨੁਸਾਰ ਰਾਜਨੀਤੀ ਸ਼ਾਸਤਰ ਦਾ ਆਰੰਭ ਅਤੇ ਅੰਤ ਰਾਜ ਨਾਲ ਹੁੰਦਾ ਹੈ। ਸੀਲੇ, ਲਿਕੌਕ ਆਦਿ ਵਿਦਵਾਨਾਂ ਨੇ ਰਾਜਨੀਤੀ ਸ਼ਾਸਤਰ ਨੂੰ ਸਰਕਾਰ ਦਾ ਅਧਿਐਨ ਵੀ ਮੰਨਿਆ ਹੈ। ਇਸ ਤੋਂ ਇਲਾਵਾ ਅਗਲਾ ਪ੍ਰਸ਼ਨ ਹੈ ਜੀ, ਪਰੰਪਰਾਵਾਦੀ ਦ੍ਰਿਸ਼ਟੀਕੋਣ ਅਨੁਸਾਰ ਰਾਜਨੀਤੀ ਸ਼ਾਸਤਰ ਦੇ ਅਰਥ ਲਿਖੋ। ਪਰੰਪਰਾਵਾਦੀ ਵਿਦਵਾਨਾਂ ਅਨੁਸਾਰ ਰਾਜਨੀਤੀ ਸ਼ਾਸਤਰ ਰਾਜ ਅਤੇ ਸਰਕਾਰ ਨਾਲ ਸੰਬੰਧਿਤ ਹੈ। ਰਾਜ ਅਤੇ ਸਰਕਾਰ ਨਾਲ ਸੰਬੰਧਿਤ ਹੈ। ਚੌਥਾ ਪ੍ਰਸ਼ਨ, ਰਾਜਨੀਤੀ ਸ਼ਾਸਤਰ ਸੰਬੰਧੀ ਆਧੁਨਿਕ ਦ੍ਰਿਸ਼ਟੀਕੋਣ ਕੀ ਹੈ? ਆਧੁਨਿਕ ਦ੍ਰਿਸ਼ਟੀਕੋਣ ਅਨੁਸਾਰ ਰਾਜਨੀਤੀ ਇੱਕ ਗਤੀਵਿਧੀ ਜਾਂ ਪ੍ਰਕਿਰਿਆ ਹੈ ਜਿਸ ਵਿੱਚ ਸ਼ਕਤੀ ਲਈ ਸੰਘਰਸ਼, ਪ੍ਰਭਾਵ ਦਾ ਪ੍ਰਯੋਗ, ਫੈਸਲਿਆਂ ਦਾ ਪ੍ਰਭੂਤਾਪੂਰਨ ਨਿਰਧਾਰਨ ਆਦਿ ਨਾਲ ਸੰਬੰਧਿਤ ਗਤੀਵਿਧੀਆਂ ਸ਼ਾਮਲ ਹਨ। 5ਵਾਂ ਪ੍ਰਸ਼ਨ, ਆਧੁਨਿਕ ਰਾਜਨੀਤਿਕ ਵਿਗਿਆਨ ਦੀਆਂ 2 ਮਹੱਤਵਪੂਰਨ ਪਰਿਭਾਸ਼ਾਵਾਂ ਦਾ ਵਰਣਨ ਕਰੋ। ਪ੍ਰਸਿੱਧ ਵਿਦਵਾਨ ਲਾਸਵੈਲ ਦੇ ਅਨੁਸਾਰ ਪ੍ਰਭਾਵ ਅਤੇ ਪ੍ਰਭਾਵਕਰਤਿਆਂ ਦਾ ਅਧਿਐਨ ਰਾਜਨੀਤੀ ਸ਼ਾਸਤਰ ਦਾ ਵਿਸ਼ਾ ਹੈ। ਡੇਵਿਡ ਈਸਟਨ ਦੇ ਅਨੁਸਾਰ ਰਾਜਨੀਤਿਕ ਵਿਗਿਆਨ ਕਦਰਾਂ ਕੀਮਤਾਂ ਦੀ ਸੱਤਾਵਾਦੀ ਵਿਵਸਥਾ ਹੈ। 6ਵਾਂ ਪ੍ਰਸ਼ਨ, ਰਾਜਨੀਤੀ ਸ਼ਾਸਤਰ ਦਾ ਅਧਿਐਨ ਵਿਦਿਆਰਥੀਆਂ ਲਈ ਕਿਵੇਂ ਲਾਭਦਾਇਕ ਹੈ? ਰਾਜਨੀਤੀ ਸ਼ਾਸਤਰ ਦਾ ਅਧਿਐਨ ਵਿਦਿਆਰਥੀਆਂ ਨੂੰ ਰਾਜਨੀਤਿਕ ਸਮੱਸਿਆਵਾਂ ਨੂੰ ਸਮਝਣ, ਅਧਿਕਾਰਾਂ ਤੇ ਕਰਤੱਵਾਂ ਸੰਬੰਧੀ ਅਤੇ ਰਾਜ ਪ੍ਰਬੰਧ ਸੰਬੰਧੀ ਗਿਆਨ ਪ੍ਰਦਾਨ ਕਰਦਾ ਹੈ। ਇਸ ਤੋਂ ਅਗਲਾ ਜੀ ਪ੍ਰਸ਼ਨ ਹੈ 7ਵਾਂ ਪ੍ਰਸ਼ਨ ਹੈ, ਰਾਜਨੀਤੀ ਸ਼ਾਸਤਰ ਦਾ ਅਧਿਐਨ ਨਾਗਰਿਕਾਂ ਵਿੱਚ ਰਾਜਨੀਤਿਕ ਸੂਝ-ਬੂਝ ਕਿਵੇਂ ਲਿਆਉਂਦਾ ਹੈ?
ਰਾਜਨੀਤੀ ਸ਼ਾਸਤਰ ਦਾ ਅਧਿਐਨ ਨਾਗਰਿਕਾਂ ਨੂੰ ਰਾਜ, ਸਰਕਾਰ, ਸ਼ਾਸਨ ਪ੍ਰਣਾਲੀਆਂ, ਅਧਿਕਾਰਾਂ ਅਤੇ ਕਰਤੱਵਾਂ ਆਦਿ ਸੰਬੰਧੀ ਗਿਆਨ ਪ੍ਰਦਾਨ ਕਰਦਾ ਹੈ, ਜਿਸ ਦੇ ਨਤੀਜੇ ਵਜੋਂ ਉਹਨਾਂ ਵਿੱਚ ਰਾਜਨੀਤਿਕ ਸੂਝ-ਬੂਝ ਪੈਦਾ ਹੁੰਦੀ ਹੈ। 8ਵਾਂ ਪ੍ਰਸ਼ਨ, ਰਾਜਨੀਤੀ ਸ਼ਾਸਤਰ ਦੇ 4 ਪਰੰਪਰਾਵਾਦੀ ਵਿਦਵਾਨਾਂ ਦਾ ਨਾਮ ਲਿਖੋ। ਗਾਰਨਰ, ਵਿਲੋਬੀ, ਬਲੰਸ਼ਲੀ ਤੇ ਗੈਡਲ ਪਰੰਪਰਾਵਾਦੀ ਵਿਦਵਾਨ ਨੇ। 9ਵਾਂ ਪ੍ਰਸ਼ਨ, ਰਾਜਨੀਤੀ ਸ਼ਾਸਤਰ, ਪ੍ਰਸ਼ਨ ਨੰਬਰ 9, ਰਾਜਨੀਤੀ ਸ਼ਾਸਤਰ ਦੇ 4 ਆਧੁਨਿਕ ਵਿਦਵਾਨਾਂ ਦੇ ਨਾਮ ਦੱਸੋ। ਡੇਵਿਡ ਈਸਟਨ ਹੈ, ਗੈਬਰੀਅਲ ਆਲਮੰਡ ਹੈ, ਹਾਰਬਰਟ ਜੇ ਸਪਾਇਰੋ ਹੈ ਤੇ ਰਾਬਰਟ ਏ ਡਾਹਲ ਹੈ। 10ਵਾਂ ਪ੍ਰਸ਼ਨ, ਰਾਜਨੀਤੀ ਸ਼ਾਸਤਰ ਦਾ ਅਧਿਐਨ ਰਾਜਨੀਤਿਕ ਵਿਚਾਰਧਾਰਾਵਾਂ ਦੀ ਚੋਣ ਕਿਵੇਂ ਸਹੀ ਹੁੰਦਾ ਹੈ। ਰਾਜ ਦੇ ਕਾਰਜਾਂ ਸੰਬੰਧੀ ਅਨੇਕ ਵਿਚਾਰਧਾਰਾਵਾਂ ਹਨ ਤੇ ਰਾਜਨੀਤੀ ਸ਼ਾਸਤਰ ਦਾ ਅਧਿਐਨ ਸਾਨੂੰ ਦੱਸਦਾ ਹੈ ਕਿ ਕਿਹੜੀ ਵਿਚਾਰਧਾਰਾ ਚੰਗੀ ਹੈ ਤੇ ਕਿਉਂ। ਕਈ ਵਿਚਾਰਧਾਰਾਵਾਂ ਜਿਵੇਂ ਗਾਂਧੀਵਾਦ, ਉਦਾਰਵਾਦ, ਸਮਾਜਵਾਦ, ਵਿਅਕਤੀਵਾਦ, ਇਹ ਸਾਰੀਆਂ ਵਿਚਾਰਧਾਰਾਵਾਂ ਹਨ। 4 ਅੰਕਾਂ ਵਾਲੇ ਪ੍ਰਸ਼ਨ ਹੈ ਬੇਟਾ। ਪਹਿਲਾ ਪ੍ਰਸ਼ਨ, ਰਾਜਨੀਤੀ ਸ਼ਬਦ ਦੇ ਅਰਥ ਲਿਖੋ। ਰਾਜਨੀਤੀ ਸ਼ਬਦ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਪੋਲੀਟੀਕਲ ਸਾਇੰਸ ਦਾ ਪੰਜਾਬੀ ਅਨੁਵਾਦ ਹੈ। ਇਸ ਤੋਂ ਬਾਅਦ ਪੋਲੀਟੀਕਲ ਸ਼ਬਦ ਯੂਨਾਨੀ ਭਾਸ਼ਾ ਦੇ ਸ਼ਬਦ ਪੋਲਿਸ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਨਗਰ ਰਾਜ। ਪੁਰਾਣੇ ਸਮੇਂ ਵਿੱਚ ਯੂਨਾਨ ਕਈ ਛੋਟੇ-ਛੋਟੇ ਰਾਜਾਂ ਵਿੱਚ ਵੰਡਿਆ ਹੋਇਆ ਸੀ। ਇਹ ਨਗਰ ਰਾਜਾਂ ਨੂੰ ਸ਼ਾਸਨ ਸੰਬੰਧੀ ਅਧਿਐਨ ਨੂੰ ਰਾਜਨੀਤੀ ਸ਼ਾਸਤਰ ਕਿਹਾ ਜਾਂਦਾ ਸੀ। ਰਾਜਨੀਤੀ ਸ਼ਾਸਤਰ ਦਾ ਅਰਥ ਕੀ ਹੈ? ਰਾਜਨੀਤੀ ਸ਼ਾਸਤਰ ਪਰੰਪਰਾਵਾਦੀ ਵਿਦਵਾਨ ਅਨੁਸਾਰ ਰਾਜ ਅਤੇ ਸਰਕਾਰ ਦੇ ਅਧਿਐਨ ਨਾਲ ਸੰਬੰਧਿਤ ਵਿਸ਼ੇ ਨੂੰ ਰਾਜਨੀਤੀ ਸ਼ਾਸਤਰ ਕਿਹਾ ਜਾਂਦਾ ਹੈ। ਪ੍ਰਸਿੱਧ ਵਿਦਵਾਨ ਗਾਰਨਰ ਅਨੁਸਾਰ ਰਾਜਨੀਤੀ ਸ਼ਾਸਤਰ ਦਾ ਆਰੰਭ ਅਤੇ ਅੰਤ ਰਾਜ ਨਾਲ ਹੁੰਦਾ ਹੈ, ਪਰ ਆਧੁਨਿਕ ਵਿਦਵਾਨ ਅਨੁਸਾਰ ਰਾਜਨੀਤੀ ਸ਼ਾਸਤਰ ਦਾ ਵਿਸ਼ਾ ਅਤੇ ਖੇਤਰ ਵਿਸ਼ਾਲ ਹੈ। ਉਹਨਾਂ ਅਨੁਸਾਰ ਹਰ ਉਹ ਗਤੀਵਿਧੀ ਜਿਸ ਦਾ ਸੰਬੰਧ ਸ਼ਕਤੀ, ਪ੍ਰਭਾਵ ਅਤੇ ਸੱਤਾ ਨਾਲ ਹੈ, ਉਹ ਰਾਜਨੀਤੀ ਸ਼ਾਸਤਰ ਦਾ ਵਿਸ਼ਾ ਹੈ। ਸੋ ਰਾਜਨੀਤੀ ਸ਼ਾਸਤਰ ਅਜਿਹੀ ਸਮਾਜਿਕ ਵਿਗਿਆਨ ਹੈ ਜਿਸ ਦਾ ਸੰਬੰਧ ਰਾਜ, ਸਰਕਾਰ ਅਤੇ ਰਾਜ ਵਿੱਚ ਰਹਿੰਦੇ ਵਿਅਕਤੀਆਂ ਦੀਆਂ ਗਤੀਵਿਧੀਆਂ ਨਾਲ ਹੈ। ਸੋ ਅਗਲਾ ਤੀਜਾ ਪ੍ਰਸ਼ਨ ਹੈ ਜੀ 4 ਨੰਬਰ ਦੇ ਵਿੱਚ, ਰਾਜਨੀਤੀ ਸ਼ਾਸਤਰ ਵਿਸ਼ਾ ਅਧਿਐਨ ਦੇ 4 ਖੇਤਰ ਦੱਸੋ। 4 ਖੇਤਰ ਦੱਸੋ ਜਿਹਦੇ ਬਾਰੇ ਪੜ੍ਹਿਆ ਜਾਂਦਾ ਰਾਜਨੀਤੀ ਸ਼ਾਸਤਰ ਵਿੱਚ। ਸਭ ਤੋਂ ਪਹਿਲੀ ਗੱਲ, ਰਾਜਨੀਤੀ ਸ਼ਾਸਤਰ ਰਾਜ ਅਤੇ ਸਰਕਾਰ ਦਾ ਸਰਵਪੱਖੀ ਅਧਿਐਨ ਹੈ। ਦੂਜੀ, ਰਾਜਨੀਤੀ ਸ਼ਾਸਤਰ ਅੰਤਰਰਾਸ਼ਟਰੀ ਸਮੱਸਿਆਵਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਦਾ ਅਧਿਐਨ ਹੈ। ਰਾਜਨੀਤੀ ਸ਼ਾਸਤਰ ਸਮਾਜ ਵਿੱਚ ਪਾਏ ਜਾਣ ਵਾਲੇ ਮਤਭੇਦ, ਵਿਵਾਦਾਂ ਅਤੇ ਸੰਘਰਸ਼ਾਂ ਦਾ ਅਧਿਐਨ ਹੈ। ਚੌਥੀ ਗੱਲ, ਰਾਜਨੀਤੀ ਸ਼ਾਸਤਰ ਵੱਖ-ਵੱਖ ਵਿਚਾਰਧਾਰਾਵਾਂ ਦਾ ਅਧਿਐਨ ਹੈ, ਜਿਵੇਂ ਕਿ ਉਦਾਰਵਾਦ, ਮਾਰਕਸਵਾਦ, ਗਾਂਧੀਵਾਦ ਤੇ ਫਾਸੀਵਾਦ। ਪੰਜਵਾਂ, ਰਾਜਨੀਤੀ ਸ਼ਾਸਤਰ ਅੰਤਰਰਾਸ਼ਟਰੀ ਸੰਸਥਾਵਾਂ ਦਾ ਅਧਿਐਨ ਹੈ, ਜਿਵੇਂ UNO ਹੈ, ਸਾਰਕ ਹੈ, WHO ਹੈ, ਵਰਲਡ ਬੈਂਕ ਆਦਿ। ਨੈਕਸਟ ਕੁਐਸਚਨ ਹੈ ਜੀ, ਰਾਜਨੀਤੀ ਸ਼ਾਸਤਰ ਪੜ੍ਹਨ ਦੇ 4 ਲਾਭ। ਪਹਿਲਾ ਲਾਭ ਹੈ ਜੀ, ਰਾਜਨੀਤੀ ਸ਼ਾਸਤਰ ਦੇ ਅਧਿਐਨ ਨਾਲ ਸਾਨੂੰ ਦੇਸ਼ ਦੀਆਂ ਸਮੱਸਿਆਵਾਂ ਸਮਝਣ ਤੇ ਹੱਲ ਕਰਨ ਵਿੱਚ ਸਹਾਇਤਾ ਮਿਲਦੀ ਹੈ। ਦੂਜਾ, ਰਾਜਨੀਤੀ ਸ਼ਾਸਤਰ ਸਾਨੂੰ ਚੰਗੇ ਨਾਗਰਿਕ ਬਣਾਉਂਦਾ ਹੈ ਤੇ ਲੋਕਾਂ ਨੂੰ ਸਰਕਾਰ ਦੇ ਕੰਮਾਂ, ਕਾਰਜਵਿਧੀ, ਵੋਟ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਾ। ਤੀਜਾ, ਰਾਜਨੀਤੀ ਸ਼ਾਸਤਰ ਦੇ ਅਧਿਐਨ ਸਾਨੂੰ ਆਪਣੇ ਅਧਿਕਾਰਾਂ ਤੇ ਕਰਤੱਵਾਂ ਬਾਰੇ ਗਿਆਨ ਪ੍ਰਾਪਤ ਹੁੰਦਾ ਹੈ। ਇਹਨਾਂ ਅਧਿਕਾਰਾਂ ਤੋਂ ਬਿਨਾਂ ਮਨੁੱਖੀ ਜੀਵਨ ਦਾ ਵਿਕਾਸ ਅਸੰਭਵ ਹੈ। ਇਸ ਤੋਂ ਅੱਗੇ ਆ ਗਿਆ ਜੀ, ਰਾਜਨੀਤੀ ਸ਼ਾਸਤਰ ਦੇ ਕਾਰਨ ਵੱਖ-ਵੱਖ ਦੇਸ਼ਾਂ ਵਿੱਚ ਪਾਈਆਂ ਜਾਣ ਵਾਲੀਆਂ ਪ੍ਰਣਾਲੀਆਂ ਬਾਰੇ ਜਾਣਕਾਰੀ ਮਿਲਦੀ ਹੈ, ਜਿਵੇਂ ਲੋਕਤੰਤਰ, ਤਾਨਾਸ਼ਾਹੀ, ਇਕਾਤਮਕ, ਸੰਘਾਤਮਕ, ਸੰਸਦੀ ਤੇ ਪ੍ਰਧਾਨਗੀ। ਸੋ ਪਿਆਰੇ ਵਿਦਿਆਰਥੀਓ, ਇਹ ਸਾਰੇ ਪ੍ਰਸ਼ਨ ਸੀ 2 ਨੰਬਰ, 1 ਨੰਬਰ, 2 ਨੰਬਰ, 4 ਨੰਬਰ ਵਾਲੇ ਪ੍ਰਸ਼ਨ ਸੀਗੇ। ਸੋ ਮੈਨੂੰ ਆਸ ਹੈ ਕਿ ਤੁਸੀਂ ਇਹ ਸਾਰੇ ਪ੍ਰਸ਼ਨ ਚੰਗੀ ਤਰ੍ਹਾਂ ਦੇਖ ਲਏ ਹੋਣਗੇ। ਫੋਨ ਨੂੰ ਤੁਸੀਂ ਡੈਸਕਟਾਪ ਵੱਲ ਨੂੰ ਕਰਕੇ ਦੇਖਣਾ ਹੈ। ਫੁੱਲ ਸਕਰੀਨ 'ਤੇ ਵੀਡੀਓ ਦੇਖੋਗੇ ਤੇ ਤੁਹਾਨੂੰ ਜ਼ਿਆਦਾ ਚੰਗਾ ਲੱਗੇਗਾ। ਤੁਹਾਡੀ ਕਲੈਰਿਟੀ ਜਿਹੜੀ ਹੈ ਮੋਬਾਈਲ ਦੀ ਜ਼ਿਆਦਾ ਵਧੀਆ ਰਹੇਗੀ। ਸੋ ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਮੇਰੇ ਵੀਡੀਓ ਨਾਲ ਪਹਿਲੀ ਵਾਰ ਜੁੜੇ ਹੋ ਤੇ ਕਨਸੈਪਟ ਗੁਰੂ AK ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਧੰਨਵਾਦ, ਸ਼ੁਕਰੀਆ।